ਜੈਲੀਵਾਲ ਵੈਦ ਸਕੂਲ ਦੇ ਬੱਚਿਆਂ ਨੂੰ ਵਿਦਿਆਰਥੀਆਂ ਦੇ ਸਕੂਲ ਹਨ। ਇੱਥੇ ਆਪ ਦੇ ਨਾਲ ਕੁਝ ਦਿਨਾਂ ਤੋਂ ਲਗਾਤਾਰ ਗੁਰਬਾਣੀ ਗੁਰਮਤਿ ਦੀਆਂ और इतिहास ਦੀਆਂ ਵਿਚਾਰਾਂ ਦੀ ਸਾਂਝ ਪਾ ਰਹੇ ਨੇ। ਆਪ ਜੀ ਨੂੰ गुरु का इतिहास श्रवण करवा रहे हैं। तो उन्होंने मेरी बात आप जी और मेरे विचार श्रवण करानी है। उन्होंने भगवान विचार श्रवण करते हुए लाभ प्राप्त करते हैं। अपने जीवन के अमोल समय सफल बनाइए। गुरबाणी दियाँ गुरमत दियाँ और शब्द ध्यान श्रवण करिए, लाभ प्राप्त करिए। आओ विचार श्रवण करिए जी। वाहिगुरू जी का खालसा वाहिगुरू जी। सतनाम श्री वाहिगुरू साहिब जी। श्री हरकृष्ण ध्याइया जिस डिठे सब दुख जाए। दुख भंजन तेरा नाम जी, दुख भंजन तेरा नाम। आठ पहर आराधिया पूरन सतगुर ज्ञान। जे सो चंदा उगवै सूरज चढ़ै हजार। एते चानण होंदियां गुर बिन घोर अंधार। बेशुमार अथाह अगनत अतुल। ज्यों बुलाव हो त्यों नानक दास बोलै। सतगुरु गरीब निवाज ज़ाहरा ज़हूर हाजरा हजूर सर्व कला समरथ बाणी दे अगमी रहबर। दसां गुरां दी जागदी जोत अकाल पुरख सरूप धन धन सतगुरु श्री गुरु ग्रंथ साहिब जियां दी पावन गोद दा रंग रस माण रहे गुरु प्यारिओ। गुरमत विचारां आप जी दे सन्मुख भेंट करां। सब तो पहलां गुरदेव दी फतेह गजाइए जी। आखो जी वाहिगुरू जी का खालसा वाहिगुरू जी की फतेह। लड़ीवार विचार खालसे दी सिरजना उपर दसां गुरु साहिबाना दा की योगदान रहा। कल तक विचार करदियां सतवें पातशाह श्री गुरु हर राय साहिब जी का जीवन वाच रहे सां। देख रहे सां खालसे की झोली विच जिथे उन्होंने संजम निर्वैरता का गुण पाया, उत्थे ही 52 बाग दवाखाना चिड़िया घर बना के बलिहारी कुदरत वस्या तेरा अंत ना जाई लख्या दा सिद्धांत खालसे की झोली विच पाया। उपरंत आपने बाणी का अदब खालसे ने दसिया कि जे मेरा पुत्र भी राम राय भी बाणी का केवल एक शब्द ही बदल दिंदा है। मिट्टी मुसलमान की तो मिट्टी बेईमान कर दिंदा है। बेशक खून का मेरा रिश्ता है राम राय नाल, मेरी सक्की औलाद है। बाणी नाल छेड़छाड़ बर्दाश्त नहीं की जाएगी। राम राय नूं घरों बेदखल कर दिता गया। हुण गुरु हर राय साहिब कोल जिहड़े साहिबजादे बचे हैं उन्हां दे छोटे लाल हरकृष्ण जी जिन्हां दी उम्र महज 5 साल है जदों आप गुरगद्दी उपर विराजमान हो रहे हैं। दसां ही गुरुआं विच एक कला मैनू बाखूब दिसदी है। वो की प्रचार करन जदों भी गुरु साहब गए, जीवन ही प्रचार सी उन्हां दा, ते जदों भी गए माहौल ऐसा बना दिंदे सन कि गुरु साहब सारियां दे खिच दा केंद्र बन जाते सन। जदों भीड़ इकट्ठी हो जाती सी
ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਸੀ। ਆਪਣੀ ਆਵਾਜ਼ ਨੂੰ, ਆਪਣੇ ਪ੍ਰਚਾਰ ਨੂੰ, ਵਿਖਿਆਨ ਨੂੰ ਬਹੁਤਿਆਂ ਤੱਕ ਪਹੁੰਚਾਈਏ। ਪੁਰਾਣਾ ਜ਼ਮਾਨਾ ਢਿੰਡੋਰਾ ਕੁੱਟਣਾ ਸੀ, ਮੇਲਾ ਲਗਵਾਉਣਾ ਸੀ, ਸੰਮੇਲਨ ਹੋਣਾ ਸੀ, ਦੀਵਾਨ ਸਜਣੇ। ਇਸ ਤਰ੍ਹਾਂ ਆਪਣੀ ਗੱਲ ਬਹੁਤਿਆਂ ਤੱਕ ਪਹੁੰਚਾਈ ਜਾ ਸਕਦੀ ਸੀ। ਅੱਜ ਦਾ ਜ਼ਮਾਨਾ ਹੈ, ਆਪਣੀ ਆਵਾਜ਼ ਬੜੀ ਦੂਰ ਤੱਕ ਪਹੁੰਚਾਉਣੀ ਹੈ, ਬੜੀ ਦੂਰ ਤੱਕ ਪਹੁੰਚਾਉਣੀ ਹੈ। ਮੇਰੇ ਕੋਲ ਮਾਈਕ ਹੈ, ਇੰਟਰਨੈਟ ਹੈ, ਮੀਡੀਆ ਹੈ। ਪਰ ਗੁਰੂ ਸਾਹਿਬ ਕੋਲ ਇੱਕ ਹੋਰ ਕਲਾ ਸੀ, ਉਹ ਸੀ ਆਪਣੇ ਆਪ ਨੂੰ ਖਿੱਚ ਦਾ ਮਰਕਜ਼ ਬਣਾ ਲੈਣਾ। ਸਾਰੀ ਜਦੋਂ ਲੋਕਾਈ ਉਹਨਾਂ ਵੱਲ ਨੂੰ ਖਿੱਚੀ ਚਲੀ ਆਏ, ਫਿਰ ਪ੍ਰਚਾਰ ਕਰਦੇ ਸਨ। ਉਦਾਹਰਣ ਦੇ ਤੌਰ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਨੇ, ਗੰਗਾ ਦੇ ਵਿੱਚ ਖੜੇ ਹੋ ਕੇ ਜਾਂ ਕਿਨਾਰੇ ਵਿੱਚ ਖੜੇ ਹੋ ਕੇ ਲੋਕੀ ਸੂਰਜ ਵੱਲ ਨੂੰ ਪਾਣੀ ਦੇ ਰਹੇ ਨੇ। ਗੁਰੂ ਸਾਹਿਬ ਵੀ ਗੰਗਾ ਦੇ ਵਿੱਚ ਚਲੇ ਗਏ ਨੇ। ਉੱਚਾ ਜਿਹਾ ਟਿੱਲਾ ਦੇਖ ਲਿਆ, ਇੱਕ ਬੜਾ ਵੱਡਾ ਪੱਥਰ, ਉਸ ਉੱਪਰ ਖਲੋ ਗਏ ਨੇ। ਖਿੱਚ ਦਾ ਕੇਂਦਰ ਬਣਾਉਂਦੇ ਨੇ ਆਪਣੇ ਆਪ ਨੂੰ, ਸੂਰਜ ਤੋਂ ਪਿੱਛੇ ਵੱਲ ਨੂੰ ਪਾਣੀ ਦੇ ਰਹੇ ਨੇ। ਹੁਣ ਕਿਉਂਕਿ ਉੱਚੇ ਟਿੱਲੇ ਤੇ ਖੜੇ ਨੇ, ਪੁੱਠੀ ਗੱਲ ਕਰ ਰਹੇ ਨੇ, ਸਾਰਿਆਂ ਦੀ ਖਿੱਚ ਦਾ ਮਕਸਦ ਮਰਕਜ਼ ਬਣ ਗਏ ਨੇ। ਸਾਰੇ ਖਿੱਚੇ ਚਲੇ ਆਉਂਦੇ ਨੇ, ਪੁੱਛ ਲੈਂਦੇ ਨੇ ਕੀ ਕਰ ਰਹੇ ਹੋ, ਬਹਾਨਾ ਮਿਲ ਜਾਂਦਾ ਪ੍ਰਚਾਰ ਦਾ, ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਗੁਰੂ ਅੰਗਦ ਸਾਹਿਬ ਹੁਮਾਯੂੰ ਮਿਲਣ ਆਇਆ, ਜੇ ਹੁਮਾਯੂੰ ਨਾਲ ਹੀ ਗੱਲ ਕਰਦੇ ਤੇ ਲੋਕਾਈ ਤੱਕ ਪ੍ਰਚਾਰ ਨਹੀਂ ਸੀ ਹੋਣਾ। ਹੁਮਾਯੂੰ ਬਾਹਰ ਉਡੀਕ ਕਰ ਰਿਹਾ, ਪਰ ਆਪ ਤਖਤ ਤੋਂ ਉੱਠੇ ਹੀ ਕੋਈ ਨਹੀਂ, ਅੱਖਾਂ ਖੋਲੀਆਂ ਹੀ ਨਹੀਂ। ਉਦੋਂ ਤੱਕ ਅੱਖਾਂ ਨਹੀਂ ਖੋਲੀਆਂ ਜਦੋਂ ਤੱਕ ਹੁਮਾਯੂੰ ਅੰਦਰ ਆ ਕੇ ਤਲਵਾਰ ਨਹੀਂ ਖਿੱਚ ਲੈਂਦਾ। ਉਸਨੇ ਤਲਵਾਰ ਖਿੱਚ ਲਈ ਮਿਆਨ ਤੋਂ। ਇਤਨੀ ਇੰਤਜ਼ਾਰ ਬਾਦਸ਼ਾਹ ਕਰਾ ਰਿਹਾ, ਇਤਨੀ ਇੰਤਜ਼ਾਰ ਤੁਸੀਂ ਕਰਾ ਰਹੇ ਹੋ ਬਾਦਸ਼ਾਹ ਨੂੰ। ਤਲਵਾਰ ਖਿੱਚ ਲਈ, ਸੰਗਤ ਵਿੱਚ ਵੀ ਥੜਥੱਲੀ ਮਚ ਗਈ। ਹੁਮਾਯੂੰ ਦੇ ਸੈਨਾ ਵੀ ਸਾਰੀ ਸਿੱਧੀ ਹੋ ਗਈ। ਬਾਦਸ਼ਾਹ ਨੇ ਤਲਵਾਰ ਖਿੱਚ ਲਈ ਹੈ, ਖਿੱਚ ਦਾ ਮਰਕਜ਼ ਬਣ ਗਏ ਨੇ ਗੁਰੂ ਸਾਹਿਬ। ਹੁਣ ਅੱਖਾਂ ਖੋਲ੍ਹ ਲੈਂਦੇ ਨੇ, ਪ੍ਰਚਾਰ ਹੋ ਰਿਹਾ। ਗੁਰੂ ਅਮਰਦਾਸ ਸਾਹਿਬ ਤਾਂ ਮੈਨੂੰ ਲੱਗਦਾ ਮਰਕਜ਼ ਇਤਨਾ ਵੱਡਾ ਸਨ ਕਿ 62 ਸਾਲ ਦੀ ਉਮਰ ਤੱਕ ਨਿਗੁਰੇ ਨੇ। ਜਦੋਂ ਸਿੱਖ ਬਣ ਰਹੇ ਨੇ ਉਦੋਂ ਉਮਰ 62 ਸਾਲ ਹੈ। ਸਾਰੀ ਦੁਨੀਆ ਹੈਰਾਨ ਹੋ ਰਹੀ ਹੈ, 62 ਸਾਲ ਤੱਕ ਇਹ ਗੁਰਦੁਆਰੇ ਹੀ ਨਹੀਂ ਆਇਆ। ਇਸ ਨੂੰ ਪਤਾ ਹੀ ਨਹੀਂ ਸੀ ਗੁਰੂ ਧਾਰਨ ਕੀ ਕਰਨਾ। ਉਹਨਾਂ ਦੀ ਉਮਰ ਹੀ ਖਿੱਚ ਦਾ ਬਹੁਤ ਵੱਡਾ ਮਰਕਜ਼ ਹੈ, ਬਹੁਤ ਵੱਡਾ ਕੇਂਦਰ ਹੈ। ਗੁਰੂ ਰਾਮਦਾਸ ਸਾਹਿਬ ਜਵਾਈ ਹੋਣ ਦੇ ਬਾਵਜੂਦ ਟੋਕਰੀਆਂ ਢੋ ਰਹੇ ਨੇ, ਖਿੱਚ ਦਾ ਬਹੁਤ ਵੱਡਾ ਮਰਕਜ਼ ਨੇ। ਪ੍ਰਚਾਰ ਕਰਨ ਲਈ ਗੁਰੂ ਅਰਜਨ ਦੇਵ ਜੀ ਤਵੇ ਤੇ ਬੈਠ ਗਏ ਨੇ, ਸਾਰੀ ਲੋਕਾਈ ਖੜੀ ਹੋ ਗਈ ਹੈ, ਖਿੱਚ ਦਾ ਬਹੁਤ ਵੱਡਾ ਮਰਕਜ਼ ਨੇ। ਇਸ ਤਰ੍ਹਾਂ ਮੈਨੂੰ ਲੱਗਦਾ ਹੈ ਦੁਨੀਆ 'ਤੇ ਛਾਪ ਛੋੜਨ ਲਈ ਉਮਰ ਕਈ ਵਾਰ ਬਹੁਤ ਵੱਡਾ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਜਿਵੇਂ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਗਏ, ਉਮਰ ਬਹੁਤ ਵਡੇਰੀ ਹੋ ਜਾਵੇ, ਬਹੁਤ ਵਡੇਰੀ ਹੋ ਜਾਵੇ, ਬਜ਼ੁਰਗ ਹੋ ਜਾਵੇ, ਗੁਰੂ ਦੀ ਤੈਨੂੰ ਸਮਝ ਕੋਈ ਨਾ ਹੋਵੇ, ਘਬਰਾਈ ਨਾ, ਅੱਜ ਤੋਂ ਵੀ ਸ਼ੁਰੂ ਕਰੇਗਾ ਤੇ ਖੇਡ ਬਣ ਜਾਏਗੀ। 62 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਗੁਰਦੁਆਰੇ ਆ ਰਹੇ ਨੇ। ਬਹੁਤ ਵੱਡੀ ਢਾਰਸ, ਬਹੁਤ ਵੱਡਾ ਸਹਾਰਾ ਸਿੱਖਾਂ ਨੂੰ ਦੇ ਜਾਂਦੇ ਨੇ ਕਿ ਜੇ 62 ਸਾਲ ਬਜ਼ੁਰਗ ਹੋ ਕੇ ਵੀ ਤੂੰ ਨਿਗੁਰਾ ਹੈ, ਅੱਜ ਤੋਂ ਆਪਣੀ ਦੌੜ ਸ਼ੁਰੂ ਕਰ, ਮੰਜ਼ਿਲ ਤੇ ਪਹੁੰਚ ਜਾਏਗਾ। ਇਸੇ ਤਰ੍ਹਾਂ ਬਜ਼ੁਰਗੀ ਦੀ ਛਾਪ ਛੋੜਨੀ ਸੀ ਗੁਰਗੱਦੀ ਉੱਪਰ, ਗੁਰੂ ਅਮਰਦਾਸ ਸਾਹਿਬ ਬਿਰਾਜਮਾਨ ਹੋਏ। ਬਚਪਨੇ ਦੀ ਛਾਪ ਛੋੜਨੀ ਸੀ ਗੁਰਗੱਦੀ ਉੱਪਰ। 5 ਸਾਲ ਦੇ ਹਰਿਕ੍ਰਿਸ਼ਨ ਜੀ ਨੂੰ ਗੁਰੂ ਹਰਿਰਾਏ ਸਾਹਿਬ ਗੁਰਗੱਦੀ ਤੇ ਬਿਠਾ ਦਿੰਦੇ ਨੇ। ਮੈਂ ਸਮਝਦਾ ਕੋਈ ਵੀ ਜ਼ਿੰਮੇਵਾਰੀ ਸਾਂਭਣੀ ਹੋਵੇ, ਦੇਸ਼ ਦੇ ਕਾਨੂੰਨ ਪੜ੍ਹ ਲਈਏ ਅਸੀਂ, ਉਮਰ ਨੀਅਤ ਹੈ ਹਰ ਜ਼ਿੰਮੇਵਾਰੀ ਸਾਂਭਣ ਲਈ। ਮੈਂ ਵੋਟ ਹੀ ਪਾਣਾ ਹੋਵੇ, ਗੱਡੀ ਚਲਾਣੀ ਹੋਵੇ, 18 ਸਾਲ ਉਮਰ ਯੂਨੀਵਰਸਲ ਐਡਲਟ ਫਰੈਂਚਾਈਜ਼ੀ ਕਹਿੰਦੀ ਹੈ, ਘੱਟ ਤੋਂ ਘੱਟ ਵੀ 18 ਸਾਲ ਉਮਰ ਹੋਏਗੀ ਤਾਂ ਵੋਟ ਪਾ ਸਕਦਾ ਹੈ, ਤਾਂ ਲਾਇਸੈਂਸ ਬਣੇਗਾ, ਗੱਡੀ ਚਲਾ ਸਕਦਾ ਹੈ। ਉਮਰ ਦੇ ਨਾਲ ਜ਼ਿੰਮੇਵਾਰੀਆਂ ਬਣੀਆਂ ਨੇ। ਪ੍ਰਧਾਨ ਮੰਤਰੀ ਬਣਨਾ ਹੋਵੇ, ਚੀਫ ਮਿਨਿਸਟਰ ਬਣਨਾ ਹੋਵੇ, ਉਮਰ ਨੀਅਤ ਹੈ 25 ਸਾਲ ਘੱਟ ਤੋਂ ਘੱਟ, ਤਾਂ ਤੂੰ ਪ੍ਰਧਾਨ ਮੰਤਰੀ ਪਦ ਸਾਂਭ ਸਕਦਾ ਹੈ, ਘੱਟ ਤੋਂ ਘੱਟ। ਤੇ ਹੁਣ ਮੈਂ ਬਣਨਾ ਹੋਵੇ MP ਰਾਜ ਸਭਾ ਜਾਂ ਬਣਨਾ ਹੋਵੇ ਰਾਸ਼ਟਰਪਤੀ ਦੇਸ਼ ਦਾ, ਘੱਟ ਤੋਂ ਘੱਟ ਉਮਰ 35 ਸਾਲ। ਕੋਈ ਅਹੁਦਾ ਸੰਭਾਲਣ ਲਈ ਉਮਰ ਨਿਯਤ ਕਰ ਦਿੱਤੀ ਸੀ ਸਮਾਜਵਾਦੀਆਂ ਨੇ, ਰਾਜਨੀਤਿਕਾਂ ਨੇ। ਭੁਲੇਖਾ ਉਹਨਾਂ ਨੂੰ ਇਹ ਸੀ ਕਿ ਉਮਰ ਦੇ ਨਾਲ ਅਕਲ ਵੱਧ ਜਾਂਦੀ ਹੈ। ਪਰ ਮੁਆਫ ਕਰਨਾ, ਖਾਣਾ ਪਾਣੀ ਖਾਂਗੇ ਤੇ ਸਰੀਰ ਤੇ ਵੱਧ ਜਾਏਗਾ, ਜ਼ਰੂਰੀ ਨਹੀਂ ਕਿ ਉਸ ਨਾਲ ਅਕਲ ਵੀ ਵਧੇ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, ਕਈ ਬੱਚੇ ਮੈਂ ਆਪਣੇ ਜੀਵਨ ਵਿੱਚ ਦੇਖੇ ਨੇ, ਉਹ ਬੱਚੇ ਨਹੀਂ ਬੁੱਢੇ ਹੀ ਨੇ, ਇਤਨੀ ਗਿਆਨ ਭਰਪੂਰ ਗੱਲਾਂ, ਇਤਨੇ ਵਿਦਵਾਨ। ਕਈ ਬੱਚੇ ਇਤਿਹਾਸ ਨੇ ਵੀ ਦੇਖੇ ਜਿਹੜੇ ਸਿੱਖ ਹੋਏ,
7-8 साल ਦੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਕੋਲ ਆਉਂਦੇ ਨੇ, ਲੰਗਰ ਛਕਾ ਰਹੇ ਨੇ। ਗੁਰੂ ਨਾਨਕ ਸਾਹਿਬ ਲੰਗਰ ਛਕ ਲੈਂਦੇ ਨੇ, ਕਹਿੰਦੇ ਨੇ ਤ੍ਰਿਪਤ ਹੋ ਗਏ ਆ। ਹੱਥ ਬੰਨ੍ਹ ਲੈਂਦਾ ਹੈ ਬੱਚਾ 7-8 ਸਾਲ ਦਾ। ਤਨ ਤੇ ਤ੍ਰਿਪਤ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਗਿਆ, ਮਨ ਕਿਵੇਂ ਤ੍ਰਿਪਤ ਹੋਏਗਾ? ਦੰਗ ਰਹਿ ਗਏ ਗੁਰੂ ਸਾਹਿਬ। ਉਮਰ ਤੇ ਤੇਰੀ ਕੁਛ ਵੀ ਨਹੀਂ, ਗੱਲਾਂ ਬੁੱਢਿਆਂ ਵਾਲੀ, ਨਾਮ ਹੀ ਪੈ ਗਿਆ ਬਾਬਾ ਬੁੱਢਾ। इतिहास ने ऐसे लोग देखे, ऐसे बच्चे देखे जिहड़े सिख होए, ऐसे बच्चे देखे जिहड़े शहीद होए। हज़रत अली दे 2 लड़के करबला दी जंग विच हसन ते हुसैन मारे गए, शहादत दा जाम पी गए। बच्चे शहीद भी देखे, बच्चे भगत भी देखे। 5 बरस को अनाथ ध्रुव बारक हर सिमरत अमर अटारे। गुरबाणी कह रही है 5 साल दा भगत असी देखिया। कौन? भगत ध्रुव, भगत प्रहलाद। फिर गुरबाणी अंकित कर रही है कि जे जपना है वाहिगुरू नूं ते इस तरह जप जिवें 5 साल दे ध्रुव ने जपिया है। राम जपो जी ऐसे ऐसे ध्रुव प्रहलाद जपियो हर जैसे। बच्चे सिख होए, बच्चे शहीद होए, बच्चे भगत भी होए, पर अज तक ऐसा इतिहास ने नहीं सी देखा कि कोई बच्चा किसी कौम दी ਜਾਂ ਕਿਸੇ ਦੇਸ਼ ਦੀ ਬਾਗਡੋਰ ਸਾਂਭਦਾ ਹੋਵੇ, ਕੋਈ ਬੱਚਾ ਗੁਰੂ ਬਣ ਗਿਆ ਹੋਵੇ। ਗੁਰੂ ਹਰਿਰਾਏ ਸਾਹਿਬ ਨੇ ਇੱਕ ਬਹੁਤ ਵੱਡੀ ਛਾਪ ਛੋੜ ਦਿੱਤੀ ਆਪਣੇ ਛੋਟੇ ਲੜਕੇ ਨੂੰ ਗੱਦੀ ਤੇ ਬਿਠਾ ਕੇ ਕਿ ਉਮਰ ਦੇ ਨਾਲ ਅਧਿਆਤਮ ਵਧੇ ਐਸਾ ਜ਼ਰੂਰੀ ਨਹੀਂ। ਮਸਕੀਨ ਸਾਹਿਬ ਕਹਿੰਦੇ ਸਨ, ਇੰਗਲੈਂਡ ਮੈਂ ਕਥਾ ਕਰ ਰਿਹਾ ਸੀ, 80 ਕੁ ਸਾਲ ਦਾ ਬਜ਼ੁਰਗ ਗੁਰਦੁਆਰੇ ਦੇ ਬਾਹਰ ਤਾਸ਼ ਖੇਡ ਰਿਹਾ ਸੀ। ਜਵਾਨ ਕੁਝ ਮੁੰਡੇ ਸਨ, ਉਹਨਾਂ ਦੇ ਨਾਲ 80 ਕੁ ਸਾਲ ਦਾ ਬਜ਼ੁਰਗ ਤਾਸ਼ ਖੇਡ ਰਿਹਾ ਸੀ। ਮਸਕੀਨ ਸਾਹਿਬ ਹੈਰਾਨ ਹੋ ਗਏ, ਉਸ ਨੂੰ ਪੁੱਛਦੇ ਨੇ ਕੀ ਕਰ ਰਿਹਾ ਹੈ? ਕਹਿੰਦਾ ਜੀ ਟਾਈਮ ਪਾਸ ਕਰ ਰਿਹਾ। ਮਸਕੀਨ ਜੀ ਕਹਿੰਦੇ ਟਾਈਮ ਬਚਿਆ ਕਿਹੜਾ ਹੈ ਤੇਰੇ ਕੋਲ ਜਿਹੜਾ ਪਾਸ ਕਰ ਰਿਹਾ? ਕਹਿੰਦੇ ਹੁਣ ਇਸ 80 ਸਾਲ ਦੇ ਬਜ਼ੁਰਗ ਨੂੰ ਤੁਸੀਂ ਬਜ਼ੁਰਗ ਕਹਿ ਸਕਦੇ ਹੋ? ਹੋਛੀਆਂ ਗੱਲਾਂ, ਬਚਪਨੇ ਵਾਲੀ ਗੱਲਾਂ। ਕਿਉਂ? ਬੱਚਿਆਂ ਲਈ ਸਭ ਕੁਝ ਖਿਡੌਣਾ ਹੈ, ਸਭ ਕੁਝ ਖੇਡਣ ਦਾ ਹੀ ਵਿਸ਼ਾ ਹੈ। ਖਿਡੌਣਾ ਨਹੀਂ ਮਿਲ ਰਿਹਾ, ਅੱਜ ਪਿਓ ਨੂੰ ਕਹਿ ਦਿੰਦਾ ਤੂੰ ਹੀ ਘੋੜਾ ਬਣ, ਮੈਂ ਤੇਰੇ ਉੱਪਰ ਬੈਠਾ। ਪਿਓ ਵੀ ਖਿਡੌਣਾ ਹੈ, ਮਾਂ ਵੀ ਖਿਡੌਣਾ ਹੈ। ਜੁਰਤ ਕਰਕੇ ਮੈਂ ਇਹ ਕਹਿ ਦੇਵਾਂ, ਉਸ ਲਈ ਗੁਰਦੁਆਰੇ ਆ ਕੇ ਗੁਰੂ ਵੀ ਖਿਡੌਣਾ ਹੈ ਤੇ ਰੱਬ ਵੀ ਖਿਡੌਣਾ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਭੁਲੇਖਾ ਨਾ ਖਾਈ ਕਿ ਕੇਵਲ ਬੱਚਿਆਂ ਲਈ ਸਾਰਾ ਕੁਝ ਖਿਡੌਣਾ ਹੈ। ਮੈਂ ਵੱਡੇ ਵੱਡੇ ਧਾਰਮਿਕ ਲੋਕ ਦੇਖੇ ਜਿਨ੍ਹਾਂ ਲਈ ਰੱਬ ਖਿਡੌਣਾ ਹੈ। ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਕਹਿੰਦੇ ਨੇ ਉਮਰ ਦੇ ਨਾਲ ਅਧਿਆਤਮ ਵੱਧ ਜਾਏ ਐਸਾ ਜ਼ਰੂਰੀ ਨਹੀਂ। 80 ਸਾਲ ਦਾ ਹਰਨਾਖਸ਼ ਹੈ, 5 ਸਾਲ ਦੇ ਪ੍ਰਹਿਲਾਦ ਆਪਣੇ ਬੇਟੇ ਨੂੰ ਕਹਿ ਰਿਹਾ ਹੈ ਬੋਲ ਜਲੇ ਹਰਨਾਖਸ਼ ਥਲੇ ਹਰਨਾਖਸ਼। ਇੱਥੇ ਤੱਕ ਕਿ ਤਸੀਹੇ ਦੇਣ ਤੋਂ ਵੀ ਬਾਜ਼ ਨਹੀਂ ਆਉਂਦਾ। ਤੱਤੇ ਖੰਭ ਨਾਲ ਬਣ ਦਿੱਤਾ ਹੈ, ਖਾਈ ਸੁੱਟ ਦਿੱਤਾ ਹੈ, ਆਪਣੀ ਭੈਣ ਨਾਲ ਅੱਗ ਲਾ ਦਿੱਤੀ ਹੈ, ਡੋਬਣ ਦੀ ਕੋਸ਼ਿਸ਼ ਕੀਤੀ, ਤਲਵਾਰ ਨਾਲ ਝਟਕਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਹਿਲਾਦ ਦੇ ਮੂੰਹੋਂ ਇਹ ਨਾ ਕਢਵਾ ਸਕਿਆ ਜਲੇ ਹਰਨਾਖਸ਼ ਥਲੇ ਹਰਨਾਖਸ਼। 5 ਸਾਲ ਦੇ ਪ੍ਰਹਿਲਾਦ ਬੋਲ ਰਹੇ ਨਹੀਂ ਪਿਤਾ ਜੀ, ਜਲੇ ਹਰੀ ਥਲੇ ਹਰੀ। ਤੁਹਾਨੂੰ ਭੁਲੇਖਾ ਹੈ। ਉਮਰ ਦੇ ਨਾਲ ਕੋਈ ਬੱਚਾ ਹੋਵੇ ਐਸਾ ਜ਼ਰੂਰੀ ਨਹੀਂ। ਖਾਣਾ ਪਾਣੀ ਖਾਣ ਨਾਲ ਉਮਰ ਵੱਧ ਜਾਏਗੀ, ਸਰੀਰ ਵੱਧ ਜਾਏਗਾ, ਪਰ ਅਧਿਆਤਮ ਵੀ ਵੱਧ ਜਾਏ ਐਸਾ ਕੋਈ ਜ਼ਰੂਰੀ ਨਹੀਂ। ਖਾਣਾ ਪਾਣੀ ਸਰੀਰ ਵਧਾ ਦੇਗਾ, ਬਾਣਾ ਬਾਣੀ ਅਧਿਆਤਮ ਵਧਾ ਦੇਗੀ। ਪੜ੍ਹ ਲਈ ਹੈ ਬਾਣੀ ਬਚਪਨ ਵਿੱਚ ਹੀ, ਰੂਪ ਹੋ ਗਿਆ ਅਕਾਲ ਪੁਰਖ ਦਾ ਬਚਪਨ ਵਿੱਚ ਹੀ। ਇਸ ਬੱਚੇ ਨੂੰ ਬੱਚਾ ਨਹੀਂ ਕਹਿ ਸਕਦੇ, ਇਸ ਦਾ ਅਧਿਆਤਮ ਬੁੱਢਿਆਂ ਵਾਲਾ ਹੈ। ਤੇ ਬਜ਼ੁਰਗ ਮੈਂ ਹੋ ਜਾਵਾਂ, ਗੁਰਦੁਆਰੇ ਇੱਕ ਵਾਰ ਨਾ ਆਇਆ ਹੋਵਾਂ, ਬਾਣੀ ਨਾ ਪੜ੍ਹ ਕੇ ਵੇਖੀ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਨਾ ਜਾਣਿਆ ਹੋਵੇ, ਹੁਣ ਤੱਕ ਖਿਲੌਣਾ ਹੀ ਸਮਝ ਰਿਹਾ ਹੋਵਾਂ, ਇਸ 80 ਸਾਲ ਦੇ ਬਾਬੇ ਨੂੰ ਬਜ਼ੁਰਗ ਕਹਿਣ ਦਾ ਕੋਈ ਹੱਕ ਨਹੀਂ। ਇਹ ਬੱਚਾ ਹੀ ਹੈ, ਉਹਨੇ ਇਸ ਦਾ ਬਚਪਨਾ ਹੀ ਨਹੀਂ ਜਾ ਰਿਹਾ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਇੱਕ ਬਹੁਤ ਵੱਡੀ ਛਾਪ ਛੋੜ ਗਏ ਨੇ। ਗੁਰੂ ਅਮਰਦਾਸ ਸਾਹਿਬ ਢਾਰਸ ਨੇ ਸਿੱਖ ਪੰਥ ਲਈ, ਢਾਰਸ कि 62 साल तक भी निगुरा है, हुणे भी दौड़ शुरू कर, हुणे भी पुज जाएगा। पर गुरु हरकृष्ण साहब ढारस नहीं, चेतावनी ने, बहुत वड्डी चेतावनी, मावां नूं चेतावनी, पिता नूं चेतावनी, घर वालियां नूं चेतावनी कि बच्चा छोटा होवे। अक्सर मैं कह दिंदा हुंदा पेरेंट्स नूं कि बच्चों नूं गुरुद्वारे ले जाया करो,
पाठ कराओ, बाणी याद कराओ, पता है की कह के टाल देंगे, हुणे तो बचपन है जी, खेडण दी उम्र है, वड्डा होएगा तो कर लेगा पाठ, पढ़ लेगा बाणी, चले जाएगा गुरुद्वारा, पुछ लेंदा मैं पट्टे लिखवा के आए हो उपरों की वड्डा हो ही जाएगा। गुरु नानक साहब बैठे ने, बाला जी को पुछ लेंदे ने, बाला जी कितनी एक उम्मीद है कि जी जाओगे? गुरु साहब घट तो घट 100 सवास आ जाएंगे, इतनी मैनू उम्मीद है, उस तो बाद का पता नहीं। मरदाना जी तुसी दसोगे? गुरु साहब 10 सवास मैनू लगता है आ जाएंगे। मुस्कुरा के गुरु साहब बैठ जाते हैं। दोए पुछ लेंदे तुहानू किन्ना यकीन है कि तुसी जी जाओगे? गुरु साहब कहते आदमी हाँ हम एकदमी, मोहलत मौत न जाना, मौत कदों आ जाए मेरे सिर ते सदा खलोती है। एक सवास जिहड़ा अंदर लिया बाहर आएगा या नहीं ये मैनू नहीं पता। बचपन तो ही माँ प्यो नू चेतावनी दे रहे ने गुरु हरकृष्ण साहब, बच्चे ने अध्यात्म वल हुणे जोड़ दो, हुणे जोड़ दो, कोई पता नहीं वड्डे होणगे जां नहीं। तो वड्डे हो के माँ प्यो पछताण कि सानू गालां कड्डदा है, इस तो चंगा औलाद ना ही हुंदी, घरों बाहर कढ़ दिता। ऐसे लोग मैं अपनी अखीं देखे हैं। इस तो बहुत बेहतर है कि बचपन विच ही अध्यात्म की लिव जोड़ी जाए, बच्चियां नूं नाल गुरुद्वारे साहब लियाया जाए ताकि बाज तो पछतावा ना होवे। गुरु हरकृष्ण साहब सिख पंथ खालसे की झोली विच चेतावनी पा रहे ने कि अध्यात्म उम्र का मुथाज नहीं। फिर जुरत कैसी, 5 साल का बच्चा नर्सरी विच एडमिशन लैंदा है ना, जिस दिन माँ प्यो छोड़न आते हैं केवल रो ही रहा होंदा है, उसनों रोण तो खेडण तो या मल मूत्र तो इलावा कुछ भी नहीं पता। एक गुरगद्दी ते सुभाएमान ने दिल्ली सद लिया, राजा जय सिंह दे कहण ते गुरु साहब दिल्ली आ गए ने। औरंगजेब ने कहा सी कि महाराज जी नूं दिल्ली सद लो। राम राय ने शिकायत की, वड्डा भरा मैं सी, तुहाडे नाल तालुकात होण करके मेरे पिता ने गुरगद्दी तो बर्खास्त कर दिता है मैनूं। दिल्ली आ रहे ने, 3 दिन अंबाले पंजोखड़े पिंड विच रुके ने। गुरु साहब इतिहास तो असीं बाखूब वाकफ हाँ। पंडित लाल चंद आके तंज करदा है कि सिखां नूं पुछदा इतने छोटे जे लड़के नूं पूजी जा रहे हो, बचपना ही नहीं गया इसका, 5 साल का। इसे नूं गुरु कह रहे हो, नाम की है? कहंदे ने श्री गुरु हरकृष्ण साहिब जी महाराज। दंग रह जाता है, जिस दी पूजा मैं करदा द्वापर दे अवतार श्री कृष्ण। श्री कृष्ण एक उंगल ते गोवर्धन चुक लैंदे ने। श्री कृष्ण द्रौपदी दी भरी सभा विच लुटदी इज्जत बचा लैंदे ने। श्री कृष्ण 18 दिन का महान युद्ध महाभारत पांडवां की जित करा देंदे ने। श्री कृष्ण इन्ना वड्डा नाम रख लिया, श्री गुरु हरकृष्ण साहिब जी महाराज। श्री कृष्ण ने तो जंग के मैदान विच गीता उचारण कर दी सी। आप गीता के किसी श्लोक का अर्थ सुना सकते हो? गुरु साहब ने तंज करदा है। धर्म के 2 पैर ने, एक है ज्ञान तो दूसरा है शरधा। मंजिल ते पहुँचना होवे 2 चीज़ां लाजमी ने, एक अखां तो दूसरी पैर। अखां ने ज्ञान, पैर है शरधा। कई बार ज्ञान और शरधा दोनों का सुमेल ना होवे तो मंजिल ते पहुँचना बहुत औखा है, ਜਾਂ फिर नामुमकिन भी। किवें? अखां ना होण, रस्ता ना दिखदा होवे, मंजिल ते मैं पहुँच जावांगा, बहुत समा लग जाएगा, ठोकरां खाणियां पैणगियां, गिरांगा, उठांगा, तुरांगा, पहुँचांगा। पैर शरधा ने। अन्नी शरधा भी होवे तां भी वाहिगुरू नूं प्राप्त किया जा सकता है। समा बहुत बहुत लंबा लग जाएगा, ठोकरां भी खाणियां पैणगियां, शरधा अन्नी है पर यकीनन पहुँच जाएंगे। पर जिस हिरदे विच शरधा नहीं, केवल ज्ञान है, वो हिरदा इस तरह की केवल अखां है, पैर नहीं। केवल अखां होण, रस्ता मंजिल का दिख रहा होवे, तो राही कोई ना, कभी भी नहीं पहुँच सकता। सो ज्ञान दे नाल अन्नी शरधा भी बहुत ज़रूरी है। स्वामी विवेकानंद नूं शिकागो विच सवाल हो गया सी, क्या धर्म में अंधविश्वास की जगह है? तुसीं कहंदे हो परमात्मा ते यकीन करो, असीं जो चीज़ देख रहे हैं उस पर यकीन करते हैं, परमात्मा नहीं दिख रहा, धर्म विच अंधविश्वास की भी जगह है? स्वामी विवेकानंद बड़ी दृढ़ता नाल कहंदे ने, हाँ धर्म में है अंधविश्वास की जगह, पर शर्त यह है
अंधा विश्वास उस पे हो जो अंधा ना हो। इस चीज़ ਨੂੰ बड़े गौर नाल समझिए। जे अन्ने उपर विश्वास करके मैं सड़क क्रॉस करने की कोशिश करा, आप तो मरेगा ही मरेगा, मैनू भी मारेगा। गुरबाणी कह रही है गुरु जिना का अंधला अंधला सिख भी अंधे कर्म करें। अंध विश्वास उसते होवे जेड़ा अन्ना ना होवे। नाम रख लिया श्री गुरु हरकृष्ण साहिब जी महाराज। गीता के किसी एक श्लोक का भी अर्थ कर सकते हो। मैनू पता है तुसी गुरु नानक साहब की उस गद्दी ते बैठे हो जिन्हां ने योगियां नूं, नाथां नूं, ऋषियां मुनियां नूं, बौद्धियां जैनियां नूं, मक्के दे मुसलमानां नूं अपने कदमां ते झुका दिता सी। भाई गुरदास ने लिख दिता गढ़ बगदाद निवाए कै मक्का मदीना सवे निवाया। तुसी उस गुरगद्दी ते बैठे हो। बादशाह हुमायूं भी आया है तां भी जुर्रत इतनी कि अखां नहीं खोलियां। बादशाह की तलवार नूं केवल जबान नाल बंद कराने का दम रखते सन गुरु अंगद साहब। तुसी उस गद्दी ते बैठे हो, तुसी उस गद्दी ते बैठे हो। तवे ते भी बैठ गए ने पंजवें नानक। ये लाल चंद बोल रहा है तवे ते भी बैठ गए ने पंजवें नानक, पर मुँह चो सी नहीं उचारते। तुसी उस गद्दी ते बैठे हो। सीधा टाकरा लै रहे ने छेवें पातशाह शाहजहान नाल 4 जंगां, बड़ी दलेरी नाल जंगां विच जित प्राप्त करते ने। तुसी उस गद्दी दे वारिस हो जिधर 52 बाग ते दवाखाना खोल के दारा शिको की मदद कर रहे ने तुहाडे पिता गुरु। की तुहाडे विच भी ऐसे गुण हैं? इतनी भारी गद्दी ते बैठ गए हो। यानी लाल चंद नूं यकीन से कि गुरगद्दी बहुत वड्डी है, पर 5 साल के बालक नूं देख के कदों यकीन आ सकता है? अपनी उम्र विच भी, अपनी हयाती विच भी जरूर नज़र मारिए 5 साल के किसी बच्चे उपर। तुसी चाहोगे भी 100 बार कि उस तो कुछ सीख लवां, कुछ नहीं सीख सकते। गुरु नूं असीं अक्सर टीचर कह दिंदे हां, रादर गुरु इज़ समथिंग बियॉन्ड टीचिंग एंड समथिंग बियॉन्ड टीचरशिप। बट टीचर भी जे मन लवां तो 5 साल के बच्चे नूं मैं खड़ा कर देवां, भावें नर्सरी विच ही खड़ा कर देवां कि तू पढ़ा, ना तो वह पढ़ा सकता है, ना ही उसनूं पढ़न वाले बच्चे सीरीयस लैणगे। ये 5 साल का बालक अज गुरगद्दी ते विराजमान सिरमौर सिख पंथ की अगवाई कर रहे हैं। मुस्कुरा के गुरु साहब कहते हैं जे मैं गीता के किसी श्लोक के अर्थ कर दिते तो फिर बहाना बना लेंगा, नहीं तुसी गुरुआं दे घर पैदा होए, हो सकता है तुहानूं वेदां शास्त्रां दी गुड़ती, उन्हां दा ज्ञान, वो विद्या तुहानूं बचपन में दे दिती गई होवे। गुरु पातशाह कहते हैं लाल चंद अपनी मर्जी का कोई बंदा चुक लिया जिहड़ा तैनूं लगदा है गीता के अर्थ नहीं कर सकता, वाहिगुरू कृपा करनगे वो अज करके सुनाएगा। ये लाल चंद भी बड़ा चलाक है। ये अपने पिंड का पानी ढोण वाला उस गूंगे बहरे ते मूर्ख आदमी नूं चुक के लियांदा है जिसके कन्नां विच आवाज़ भी नहीं पहुँचती तो जबान तो कुछ बोल भी नहीं सकता। छज्जू झियूर इतिहास नाम लिखता है, कहता अर्थ तो इसने की करने जिसके मूँह जबान ही कोई नहीं, अर्थ तो गीता दे की करेगा। गुरु साहब कृपा कर देन, कहते छज्जू जी ये जो लाल चंद जी कहते ने ना तुसी सुनी जाओ तो अर्थ करी जाओ। कई श्लोक लाल चंद ने पढ़े, छज्जू अर्थ करी गया। आखिर लाल चंद नूं कदमां ते गिरना पिया, कन्नां नूं हथ ला माफ़ी मंगी, गलती मेरी सी जो मैं शक कर बैठा, मैनू माफ़ कर दो। इधर तक तो असी साखी सारिਆਂ ने सुनी कि लाल चंद ने माफ़ी मंगी, बख्शिया गया। अगों लाल चंद दा की बनया, गुरु की आभा की है। फिर कवां अध्यात्म लई उम्र कोई लाजमी नहीं। ये लाल चंद गुरु हरकृष्ण का ऐसा परपक्क सिख बनया कि इधरों पंजोखड़े तो दिल्ली गुरु साहब के नाल गया। गुरु साहब चलाना करके बाला साहब नाल सी। गुरु तेग बहादुर साहब का सिख आप बनया भाई मनी सिंह नाल। ते जदों 1699 गुरु गोबिंद सिंह पातशाह खालसे नूं अमृत छका रहे ने, वो अमृत छकण की कतार विच लाल चंद भी खड़ा है। तो ये अमृत छके लाल सिंह होया। कदी ब्राह्मण हंकारी सी, गुरु हरकृष्ण पातशाह ते शक कीता सी, अज लाल चंद तो लाल सिंह बनया है। तो हैरान हो जाएंगे चमकौर की गढ़ी विच जेड़े 40 सिंह शहीद होए ने 10 लाख के अगे, उन्हां 40 विच के लाल सिंह भी सी। ये आभा है गुरु दी। दिल्ली पहुँचे, औरंगजेब का खत आया, मिलना चाह रहे हैं। इस तो पहला जय सिंह की राणी ने भी परीक्षा ली,
ਸਾਰੇ ਜਾਣਦੇ ਨੇ। ਉਸ ਦਾ ਵੀ ਨਿਸ਼ਾ ਕੀਤੀ, ਹੰਕਾਰ ਉਸ ਦਾ ਵੀ ਤੋੜਿਆ। ਔਰੰਗਜ਼ੇਬ ਗੁਰੂ ਸਾਹਿਬ ਨੂੰ ਪੱਤਰ ਪਾਉਂਦਾ, ਮੈਂ ਮਿਲਣਾ ਚਾਹ ਰਿਹਾ। ਪਤਾ ਹੈ ਪੱਤਰ ਦਾ ਜਵਾਬ ਕੀ ਦਿੰਦੇ ਨੇ? ਨੈ ਮਲੇਛ ਕੋ ਦਰਸ਼ਨ ਦੇ ਹੈ। ਕਿਸ ਨੂੰ ਕਹਿ ਰਹੇ ਨੇ? ਬਾਦਸ਼ਾਹ ਹਿੰਦੁਸਤਾਨ ਨੂੰ। ਇੱਕ MLA ਹੀ ਆ ਜਾਏ, ਸਰਪੰਚ ਹੀ ਪਿੰਡ ਦਾ ਆ ਜਾਏ ਨਾ ਕੋਈ ਗੁਰਦੁਆਰਾ, ਸਾਰੇ ਖੜੇ ਹੋ ਜਾਂਦੇ ਨੇ ਮੈਂਬਰ। ਚਾਪਲੂਸ ਅਸੀਂ ਇੱਕ ਨੰਬਰ ਦੇ ਹਾਂ, ਭਾਵੇਂ ਸੇਵਾਦਾਰ ਹੋਈਏ, ਭਾਵੇਂ ਗ੍ਰੰਥੀ ਸਿੰਘ ਹੋਈਏ, ਭਾਵੇਂ ਪ੍ਰਚਾਰਕ ਤੇ ਭਾਵੇਂ ਰਾਗੀ। ਆਪਣੀ ਪੱਗ ਵੀ ਮੈਂ ਵਿੱਚ ਰੱਖ ਰਿਹਾ। ਚਾਪਲੂਸ ਅਸੀਂ ਇੱਕ ਨੰਬਰ ਦੇ ਹਾਂ। ਉਸ ਦਾ ਦਿਲ ਖੁਸ਼ ਹੋ ਜਾਏ, ਗੁਰੂ ਨੂੰ ਪਿੱਠ ਹੁੰਦੀ ਰਹੇ। ਫਿਰ ਭਾਵੇਂ ਚੌਂਕੀਆਂ ਲਗਾਉਣੀਆਂ ਪੈਣ, ਕੁਰਸੀਆਂ ਤੇ ਗਦੇਲੇ ਲਗਾਉਣੇ ਪੈਣ, ਅਸੀਂ ਉਸ ਨੂੰ ਖੁਸ਼ ਕਰ ਲਵਾਂਗੇ ਕਿਸੇ ਤਰ੍ਹਾਂ। ਗੁਰਦੁਆਰੇ ਸਾਹਿਬ ਇੱਕ ਮੈਂ ਕਥਾ ਕਰਕੇ ਨਿਕਲਿਆ, ਆਫਿਸ ਵਿੱਚ ਮੈਨੂੰ ਸੱਦ ਲਿਆ, ਲੰਗਰ ਹਾਲ ਜਾਣਾ ਸੀ ਅਸੀਂ, ਸ਼ਾਮ ਦੀ ਕਥਾ ਸੀ। ਮੈਂ ਬਾਹਰ ਨਿਕਲਿਆ, ਆਫਿਸ ਵਿੱਚ ਮੈਂਬਰ ਸਾਹਿਬਾਨ ਬੈਠੇ ਸਨ। ਆਓ ਭਾਈ ਸਾਹਿਬ, ਮੈਂ ਚਲਾ ਗਿਆ। ਮੈਂ ਸੋਚਿਆ ਕੋਈ ਗੱਲ ਕਰਨੀ ਹੋਵੇਗੀ। ਲੰਗਰ ਦੀ ਥਾਲ ਆਫਿਸ ਵਿੱਚ ਲਗਵਾ ਦਿੱਤੀ, ਕੁਰਸੀਆਂ ਤੇ ਬੈਠੇ ਨੇ ਤੇ ਟੇਬਲ ਤੇ ਲਗਵਾ ਦਿੱਤੀ। ਵਿਸ਼ਾ ਵੀ ਸੀ ਗੁਰੂ ਅਮਰਦਾਸ ਸਾਹਿਬ ਉਸ ਦਿਨ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਂ ਕਿਹਾ ਜੀ ਇਹ ਕੀ? ਕਹਿੰਦੇ ਲੰਗਰ ਛਕੋ। ਮੈਂ ਕਿਹਾ ਜੀ ਕੀ ਗੱਲ, ਸੰਗਤ ਲਈ ਲੰਗਰ ਨਹੀਂ ਬਣਿਆ ਅੱਜ? ਕਹਿੰਦੇ ਹੈ ਜੀ, ਉਹ ਤੇ ਲੰਗਰ ਹਾਲ ਛਕਣਗੇ। ਮੈਂ ਕਿਹਾ ਫਿਰ ਮੈਂ ਕਿਹੜਾ VIP ਕੋਟਾ ਤੁਹਾਡੇ ਕੋਲ ਲੈ ਕੇ ਆਇਆ, ਜਦ ਤੁਸੀਂ ਕਿਹੜਾ VIP ਕੋਟਾ ਗੁਰੂ ਤੋਂ ਲੈ ਕੇ ਆਏ, ਤੁਸੀਂ ਉੱਪਰ ਬੈਠ ਕੇ ਖਾ ਰਹੇ ਹੋ। ਅੱਜ ਕਥਾ ਵਿੱਚ ਅਸੀਂ ਸੁਣਿਆ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦਰੀ ਤੇ ਬੈਠਣਾ ਸੀ, ਕਿੱਥੇ ਗੁਰੂ ਸਾਹਿਬ ਨੇ ਲਿਖਿਆ ਗੁਰਮੁਖ ਬੈਸੋ? ਕੁਰਸੀ ਵਿਛਾਏ ਜਾਂ ਸੇਟੀ ਵਿਛਾਏ? ਨਹੀਂ ਭਾਈ ਸਾਹਿਬ, ਅਸੀਂ ਤੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਉੱਪਰ ਹੀ ਛਕਾਉਂਦੇ ਹਾਂ। ਮੈਂ ਕਿਹਾ ਮੁਬਾਰਕ ਨੇ ਐਸੇ ਰਾਗੀ ਤੇ ਪ੍ਰਚਾਰਕ ਜਿਨ੍ਹਾਂ ਨੂੰ ਉੱਪਰ ਛਕਾਉਂਦੇ ਹੋ, ਮੇਰਾ ਜ਼ਮੀਰ ਨਹੀਂ ਮੰਨਦਾ। ਇੱਥੇ ਤੇ ਬਾਦਸ਼ਾਹ ਅਕਬਰ ਵੀ ਆ ਜਾਵੇ, ਉਸ ਨੂੰ ਵੀ ਕਿਹਾ ਕਿ ਜਾ ਪਹਿਲੇ ਪੰਗਤ ਪਾਛੇ ਸੰਗਤ। ਉਹ ਵੀ ਗਰੀਬਾਂ, ਅਨਾਥਾਂ, ਚਮਿਆਰਿਆਂ ਤੇ ਸੋ ਕਾਲਡ ਲੋ ਕਲਾਸ ਪੀਪਲ ਨਾਲ ਲੰਗਰ ਛਕ ਰਿਹਾ। ਸੋ ਕਾਲਡ ਮੈਂ ਕਹਾਂ, ਜਾਤਵਾਦ ਦਾ, ਵਰਨ ਵੰਡ ਦਾ ਭੇਦ ਤਾਂ ਗੁਰੂ ਅਮਰਦਾਸ ਸਾਹਿਬ ਪਹਿਲੇ ਹੀ ਮਿਟਾ ਗਏ ਸਨ। ਪਰ ਅਸੀਂ VIP ਕੋਟਾ, ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਕਿੱਥੋਂ ਲਿਖਵਾ ਕੇ ਲਿਆਇਆ ਤੇ ਅਸੀਂ ਦੇਖ ਲਈਏ ਗੁਰੂ ਘਰ ਦੇ ਦੋਖੀ ਤਾਂ ਨਹੀਂ ਬਣਦੇ ਅਸੀਂ ਇਹ ਕੁਝ ਕਰਕੇ। ਔਰੰਗਜ਼ੇਬ, ਬਾਦਸ਼ਾਹ ਔਰੰਗਜ਼ੇਬ ਆਇਆ, ਚਿੱਠੀ ਦਾ ਜਵਾਬ ਪੜ੍ਹ ਕੇ ਬੜਾ ਉਸਨੂੰ ਦਿਲ ਨੂੰ ਵੰਗਾਰ ਪਈ। ਉਹ ਬੰਗਲਾ ਸਾਹਿਬ ਦੇ ਬਾਹਰ ਖੜਾ ਹੈ ਅੱਜ, ਜਿੱਥੇ ਗੁਰੂ ਸਾਹਿਬ ਨੇ ਟਿਕਾਣਾ ਕੀਤਾ ਹੈ। ਸਵਾਈ ਰਾਜਾ ਜੈ ਸਿੰਘ ਦੇ ਬੰਗਲੇ ਕੋਠੀ ਵਿੱਚ ਉਹ ਬਾਹਰ ਖੜਾ ਹੈ, ਸੈਨਾ ਨਾਲ ਖੜੀ ਹੈ। ਮੈਂ 5 ਸਾਲ ਦੇ ਗੁਰੂ ਨੂੰ ਦੇਖਣ ਆਇਆ, ਮੈਂ ਮਿਲਣ ਆਇਆ। ਜੁਰਤ ਇਤਨੀ ਸੀ ਗੁਰੂ ਸਾਹਿਬ ਦੀ, ਅੰਦਰੋਂ ਸਿੱਖਾਂ ਨੂੰ ਹੁਕਮ ਦੇ ਦਿੱਤੇ ਦਰਵਾਜ਼ੇ ਬੰਦ ਕਰ ਦਿਓ। ਇਹ ਮੈਂ ਫਿਰ ਕਹਾਂ, ਬਾਦਸ਼ਾਹ ਔਰ ਇੱਕ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵਿੱਚ ਬੜਾ ਫਰਕ ਹੈ। ਪ੍ਰਧਾਨ ਮੰਤਰੀ ਨੇ ਕੋਈ ਕਾਨੂੰਨ ਪਾਸ ਕਰਨਾ ਹੈ, ਕੋਈ ਲਾਅ ਵਿੱਚ ਅਮੈਂਡਮੈਂਟ ਹੀ ਕਰਨੀ ਹੈ, ਉਸ ਨੂੰ 500 ਤੋਂ ਵੱਧ ਰਾਜ ਸਭਾ ਮੈਂਬਰ ਤੇ ਲੋਕ ਸਭਾ ਮੈਂਬਰ ਦੀ ਸਹਿਮਤੀ ਚਾਹੀਦੀ ਹੋਏਗੀ। ਇਸ ਤਰ੍ਹਾਂ ਉਹ ਆਪਣੇ ਵਾਸਤਾ ਕੁਝ ਵੀ ਨਹੀਂ ਕਰ ਸਕਦਾ। ਇੱਕ ਫਾਂਸੀ ਰੁਕਵਾਣੀ ਹੋਵੇ ਨਾ, ਰਾਸ਼ਟਰਪਤੀ ਕੇਵਲ 14 ਦਿਨ ਦੀ ਮੋਹਲਤ ਮੰਗ ਸਕਦਾ ਹੈ, ਹੋਰ ਕੁਝ ਵੀ ਨਹੀਂ। ਦੇ ਆਰ ਮੀਅਰ ਪਪੈਟਸ ਐਂਡ ਨਥਿੰਗ ਐਲਸ। ਬਟ ਬਾਦਸ਼ਾਹ ਕੋਲ ਉਹ ਤਾਕਤ ਹੈ, ਜੋ ਹੁਕਮ ਕਰ ਦਿੱਤਾ ਲੱਖਾਂ ਸਿਰ ਕੱਟਣੇ ਤੇ ਕੱਟਣੇ। ਉਸਨੇ ਕਹਿ ਦਿੱਤਾ ਸੀ, 1.25 ਮਨ ਜਨੇਊ ਤੋਲਾਂਗਾ, ਇਤਨੇ ਹਿੰਦੂ ਮਾਰਾਂਗਾ ਤਾਂ ਇੱਕ ਵਕਤ ਦੀ ਰੋਟੀ ਖਾਵਾਂਗਾ। ਇਸ ਤਰ੍ਹਾਂ ਹੁੰਦਾ ਰਿਹਾ, ਬੜੀ ਤਸ਼ੱਦਦ ਹੋਈ। ਇਹ ਉਹ ਬਾਦਸ਼ਾਹ ਸੀ ਜਿਸ ਦੇ ਇੱਕ ਹੁਕਮ ਉੱਪਰ ਸਾਰਾ ਹਿੰਦੁਸਤਾਨ ਸਿਰ ਝੁਕਾ ਸਕਦਾ ਸੀ। ਪਰ ਇਹ 5 ਸਾਲ ਦੇ ਲੜਕੇ ਨੂੰ ਮਨਜ਼ੂਰ ਨਹੀਂ ਸੀ ਬਾਦਸ਼ਾਹ ਦੇ ਦਰਸ਼ਨ ਕਰਨੇ, ਦਰਵਾਜ਼ੇ ਬੰਦ ਕਰਵਾ ਦਿੱਤੇ। ਇਤਿਹਾਸ ਲਿਖਦਾ ਹੈ 2 ਘੜੀਆਂ ਬਾਦਸ਼ਾਹ ਬਾਹਰ ਖੜਾ ਰਿਹਾ। ਬਾਦਸ਼ਾਹ ਇੰਤਜ਼ਾਰ ਕਰ ਰਿਹਾ ਹੈ, 2 ਘੜੀਆਂ ਬਾਹਰ ਖੜਾ ਰਿਹਾ, ਸ਼ਰਮਿੰਦਾ ਬੜਾ ਹੋਇਆ। ਚਿੱਠੀ ਇੱਕ ਹੋਰ ਲਿਖਦਾ ਹੈ, ਦਰਵਾਜ਼ੇ ਨਹੀਂ ਖੋਲਦੇ, ਮੇਰੇ ਪ੍ਰਤੀ ਕੁਝ ਲਿਖ ਹੀ ਦਿਓ। ਇਤਨੇ ਵੱਡੇ ਹਿੰਦੁਸਤਾਨ ਵਿੱਚ ਮੇਰੀ ਤੋਹੀਨ ਹੋ ਰਹੀ ਹੈ, 5 ਸਾਲ ਦਾ ਲੜਕਾ ਮੇਰੇ ਲਈ ਦਰਵਾਜ਼ਾ ਨਹੀਂ ਖੋਲ ਰਿਹਾ। ਕਹਿੰਦਾ ਜਿੱਥੇ ਮੈਂ ਜਾਣਾ ਹੁੰਦਾ ਹੈ, ਕਈ ਮਹੀਨੇ ਪਹਿਲੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਬਾਦਸ਼ਾਹ ਨੇ ਆਣਾ ਹੈ, ਮਾਰ ਰੈੱਡ ਕਾਰਪੇਟ ਤੇ ਕੀ ਫੁੱਲਾਂ ਦੀ ਸੇਜਾ, ਦੁਨੀਆ ਜਹਾਨ ਦਾ ਤਾਮਝਾਮ। ਤੁਸੀਂ ਦਰਵਾਜ਼ਾ ਨਹੀਂ ਖੋਲਦੇ, ਬਾਹਰ ਖੜਾ ਮੈਂ, ਕੁਝ ਲਿਖ ਹੀ ਦਿਓ ਮੈਨੂੰ। ਗੁਰੂ ਸਾਹਿਬ ਲਿਖ ਦਿੰਦੇ ਨੇ, ਮਾਂਝ ਮਹਿਲਾ ਪਹਿਲਾ। ਕਿਹੜਾ ਸ਼ਬਦ ਲਿਖ ਕੇ ਦਿੰਦੇ ਨੇ? ਕਿਆ ਖਾਦਾ ਹੈ ਕਿਆ ਪੈਂਦ ਹੈ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਔਰੰਗਜ਼ੇਬ, ਤੇਰੇ ਕੀ ਲਾਣ ਪਾਣ ਦਾ ਫਾਇਦਾ? ਤੇਰੇ ਹਿਰਦੇ ਵਿੱਚ ਅੱਲਾਹ ਨਹੀਂ ਹੈ। ਤੂੰ ਕਹਿ ਦਵੇਂ ਤੂੰ ਮੁਸਲਮਾਨ ਹੈ, मैं बिल्कुल मुनकर हाँ, तो बिल्कुल मुसलमान नहीं। मुसलमान है मुसल्ले ईमान, ईमान दा पक्का। तेरे तो वड्डा दगाबाज धोखेबाज कोई नहीं। ये शब्द लिख के दे रहा है ये 5 साल का बालक। क्या खादा है
क्या पहनदा होए, जां मन नाही सच्चा सोए। क्या मेवा क्या घ्यो गुड़ मिठा, क्या मैदा क्या मास, क्या कपड़ क्या सेज सुखाली, कीजै भोग बिलास। इतनी वड्डी चोट उसके हिरदे नूं करदे न। क्या लश्कर क्या नेब खवासी, की फौज लैके मेरे को आ गया तू, तैनू गुरु नूं मिलण दा चज ही कोई नहीं। क्या लश्कर क्या नेब खवासी, आवे महली वास, तेरे तो मैनू दुर्गंध आ रही है। नानक सच्चे नाम विण, सभे टोल विनाश। हुणे भी अल्लाह नूं पूज लै, रसातल विच पिया होया है, हुणे भी तैनू बांह पकड़ा रहे हैं, सुधर नहीं तो सुधर जा। चोट खा के औरंगजेब मुड़ते गया, पर इस 5 साल के बालक ने दरवाजे नहीं खोले। सिख पंथ की झोली विच बहुत वड्डी दात पा दी। उमर अध्यात्म की मुथाज नहीं। शेख सादी लिखदा है, बजुर्ग उसनू ना कहो जिस कोल दाड़ा चिट्टा है, बजुर्ग उसनू ना कहो जिस दी उम्र लमेरी है, बजुर्ग उसनू कहो जड़ा बारोशन अकल है, कि हुस्नल वजू है तमामुल रुजू है। शेख सादी ईरान दा संत लिख रहा है, बाजुर्गी बा अकलस्त ना के बासाल। बजुर्गी अकल दी अधीन है, सालां दी नहीं, ते अमीरी नोटां दी अधीन नहीं, दिल दी अधीन है। बजुर्गी बा अकलस्त न के बा साल, तवंदरी बा दिलस्त न के बा माल। एक शायर बहुत कमाल लिखदा है, कहंदा बहुत वड्डी उम्र लैके जी जाण दा कोई लाभ नहीं, घट उम्र ही जिया हुंदा, किसे लिए कुछ करके जी जांदा। लिखदा है 100 बरस का जीना भी बेकार का जीना है, 100 बरस का जीना भी बेकार का जीना है, 2 बरस जिया होता कुछ करके जिया होता। ये गुरु हरकृष्ण साहब 5 साल की उम्र विच गुरगद्दी ते विराजमान होना, 8 साल की उम्र विच गुरगद्दी तो इस संसार तो कूच कर जाना। सिख पंथ खालसे की झोली विच एक चेतावनी सी, पट्टे कोई लिखवा के नहीं आया, आदमी हाँ हम एकदमी। ये सदा अपने हिरदे विच टिका के रखी, की पता तू बचपन में ही रुखसत हो जाए। अज तो हुणे तो हुणे तो हुणे तो इसे पल तो विसा चसा घड़ी, इसे पल तो वाहिगुरू का नाम चेते कर लै, दौड़ अज तो शुरू कर, क्योंकि ये एक दिन दी, एक साल दी, एक जन्म की दौड़ नहीं, पता नहीं कदों संपूर्ण होए। बहुत जन्म बिछरे थे माधो, ये जन्म तुम्हारे लेखे। सो कोशिश करिए जदों गुरुद्वारे आइए बच्चों नूं नाल लैके आइए, जे बच्चे नहीं आते गुरुद्वारे तो कुछ बच्चों लिए लै जाइए। एक दादी रोज़ गुरुद्वारे आती सी, कड़ा प्रसाद लैके जाती सी। एक दिन बड़ा वड्डा समागम सी, बच्चों लिए लंगर भी लै गई। की गल दादी अज लंगर भी लियाई? बेटे बहुत वड्डा समागम, बड़े वड्डे प्रचारक ते रागी सिंह आए सन। दादी दसेंगी रागियां ने केड़ा शब्द पढ़िया? वो कोई पता नहीं, पर रागी गांदे बड़ा सोहना सी। प्रचारक ने की दस्या सी, कथावाचक जी केड़ी फिलॉसफी की बयान करते सन, केड़ा प्रकरण सुनाते सन? बच्चे वो तो नहीं पता, लंगर मैं ले आई हाँ। दादी फिर तो लंगर तक ही सीमित है। ये बच्चे समझा रहे ने, चल दादी यही दस दे अज हुक्मनामा की आया? बेटे वो भी नहीं पता, यानी गुरुद्वारे साहब असी केवल लंगर खाण ही आ रहे हैं, या मेरे वर्गा कोई AC की हवा लैन आ जाएगा, मुफ्त की बिजली का आनंद माणन आ जाएगा, होर कुछ भी नहीं। लंगर हॉल अक्सर मैं ये कह दिंदा, विचारां नूं संकोच लवां, लंगर हॉल तो कोई निकले, किसी नूं पुछण की लोड़ नहीं पेगी पेट भरिया कि नहीं। कोई पुछदा? हासोहीणी गल होएगी, लंगर हॉल तो निकलिया पेट भर ही गया होएगा। तन त्रिपत होया कि नहीं, लंगर हॉल तो कोई निकले कोई नहीं पुछदा। पर अफसोस रोज़ गुरुद्वारे आवां, रोज़ चले जावां, बाहर खड़ा चौबदार ही पुछ लवे, खालसा जीओ गुरु साहब के दर्शनां नूं आए सो, कीर्तन भी सुनिया, विचारां भी सुनिया, मन की तृप्ति हो गई है कि नहीं? तो जे मैं कह देवां ना कि नहीं होई, यानी मैं जिवें लंगर हॉल विच जावां, पेट की तृप्ति नहीं हुई, लंगर नहीं छकिया, इत्थे आवां मन की तृप्ति नहीं हुई, गुरु साहब का अमृत हुणे नहीं छकिया। अमृत छकीए, सिंह सजीए, गुरु वाले बनिए, अपने नाम छेती तो छेती लिखवाइए। ये चेतावनी लैके जाइए, आदमी हाँ हम एकदमी, मोहलत मौत खाना। कल गुरु तेग बहादुर साहब के विचार रखांगे। गुरु रहमत करे, सुना के मेरे हिरदे विच कुछ वस जावे, सुन के आप दे हिरदे विच कुछ वस जावे। देहो सज्जणा सीसड़ियाँ, जो होवे साहिब से मेल, भुल्लां चुकां दी क्षमा,
फतेह गजाइए जी। वाहिगुरु जी का खालसा, वाहिगुरु जी की फतेह। नाम श्री वाहिगुरु साहिब जी। राम कली महला तीजा को ओंकार सतगुरु प्रसाद मेरे महाराज सतगुरु में पाया साधु का पाया सहज से तीन मनिया नहाइया प्रभार परिया शब्द आवणिया शब्दों का रिके मन जी वसाया कह नानक गुरु में पाया मन मेरे तू सदा रहो ना मेरे नाल रो तू मन मेरे दुख सब विसारना अंगीकार हो करे तेरा कार्य सब सवारना सगना गला सुमरत स्वामी सुख मन विसार कह नानक मन मेरे सदा रहो ना दे साचे साहिबा क्या नहीं करते